ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਬਹੁਤ ਅੱਛੇ ਭਾਗ ਨੇ ਕਿ ਜਿਹੜੀ ਸਾਰੀ ਪ੍ਰੈਸ ਜਲੰਧਰ ਦੀ ਅੱਜ ਸਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਆਈ ਹੈ। ਗੱਲ ਪਤਾ ਇਹ ਹੈ ਕਿ ਸਿੱਖਾਂ ਦੇ ਉੱਤੇ ਹਮੇਸ਼ਾ ਇਲਜ਼ਾਮ ਲੱਗਦੇ ਹੈ ਕਿ ਸਿੱਖ ਗੜਬੜ ਕਰਦੇ ਹੈ। ਕੱਲ੍ਹ ਦੀ ਜਿਹੜੀ ਗੜਬੜ ਪਟਿਆਲੇ ਦੇ ਵਿੱਚ ਹੋਈ ਹੈ ਉਹਦੇ ਉੱਤੇ ਵੀ ਸਾਡਾ ਜਿਹੜਾ ਅੰਗਰੇਜ਼ੀ ਪੇਪਰ ਟ੍ਰਿਬਿਊਨ ਹੈ ਇਹ ਇਲਜ਼ਾਮ ਲਾ ਰਹੀ ਹੈ ਕਿ ਇਟਲੀ, ਬ੍ਰਿਟਾਨੀਆ, ਕੈਨੇਡਾ ਤੇ ਅਮਰੀਕਾ ਤੇ ਪਾਕਿਸਤਾਨ ਨੇ ਕੱਲ੍ਹ ਪਟਿਆਲੇ ਦੇ ਵਿੱਚ ਗੜਬੜ ਕਰਾਈ ਹੈ। ਹੁਣ ਮੈਂ ਕਹਿੰਦਾ ਕਿ ਪ੍ਰਾਈਮ ਮਿਨਿਸਟਰ ਨੇ ਵੀ ਕੱਲ੍ਹ ਸਿੱਖਾਂ ਦੇ ਨਾਲ ਮੀਟਿੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਿੱਖ ਬਹੁਤ ਵਫਾਦਾਰ ਨੇ ਤੇ ਇੰਡੀਅਨਸ ਨੇ। ਹੁਣ ਟ੍ਰਿਬਿਊਨ ਕਹੀ ਜਾਂਦੀ ਹੈ ਬਾਹਰ ਤੋਂ ਇਹ ਸਿੱਖਾਂ ਦੇ ਉੱਤੇ ਅਸਰ ਪੈ ਰਿਹਾ। ਮੇਰਾ ਕਹਿਣ ਦਾ ਮਤਲਬ ਹੈ ਕਿ ਸਾਨੂੰ ਆਰਾਮ ਦੇ ਨਾਲ ਜਿਉਣ ਦੇਣਾ ਹੈ ਕਿ ਨਹੀਂ ਦੇਣਾ। ਜੇ ਪ੍ਰਾਈਮ ਮਿਨਿਸਟਰ ਨੂੰ ਪਤਾ ਹੈ ਕਿਹੜੇ ਕਿਹੜੇ ਮੁੱਦੇ ਹੈਗੇ ਹੈ। ਹੁਣ 12 ਸਾਲ ਤੋਂ ਸਿੱਖਾਂ ਦੀ SGPC ਜਿਹੜੀ ਇਹਨਾਂ ਦੀ ਪਾਰਲੀਮੈਂਟ ਹੈ 12 ਸਾਲ ਤੋਂ ਉਹਦੇ ਇਲੈਕਸ਼ਨ ਨਹੀਂ ਹੋ ਰਹੇ। ਸਾਨੂੰ ਜਮਹੂਰੀਅਤ ਤੋਂ ਵਾਂਝਾ ਕੀਤਾ ਗਿਆ। ਜੇ ਸੈਂਟਰ ਦੀ ਪਾਰਲੀਮੈਂਟ 12 ਸਾਲ ਤੋਂ ਉਹਦੇ ਇਲੈਕਸ਼ਨ ਨਹੀਂ ਹੋਣਗੇ, ਵੱਧ ਗਿਣਤੀ ਹਿੰਦੂ ਕੀ ਚੁੱਪ ਕਰਕੇ ਰਹਿਣਗੇ? ਮੈਂ ਕਹਿੰਦਾ ਜਿਹੜੇ ਸਿੱਖਾਂ ਦੇ ਉੱਤੇ ਸ਼ੱਕ ਕਰਦੇ ਹੈ, ਮੈਂ ਵੋਲੰਟੀਅਰ ਕਰਦਾ ਕਿ ਮੇਰਾ ਦਿਲ ਵੀ ਕੱਢ ਕੇ ਦੇਖ ਲਓ, ਇੱਕ ਹਿੰਦੂ ਲੀਡਰ ਦਾ ਵੀ ਦਿਲ ਕੱਢ ਕੇ ਦੇਖ ਲਓ, ਉਸ ਨੂੰ ਚੀਰ ਦਿਓ ਤੇ ਉਹਦੇ ਵਿੱਚ ਕੀ ਕੋਈ ਵੱਖਰੀ ਚੀਜ਼ ਲੱਭੂਗੀ? ਜੇ ਹਿੰਦੂ ਨੂੰ ਪੀੜ ਹੈ ਕਿਸੇ ਚੀਜ਼ ਦੀ, ਫਿਰ ਸਿੱਖ ਦੀ ਪੀੜ ਕਿਉਂ ਨਹੀਂ ਮਹਿਸੂਸ ਹੁੰਦੀ ਉਹਨੂੰ? ਇਸੇ ਤਰ੍ਹਾਂ ਟ੍ਰਿਬਿਊਨ ਕਹਿੰਦੀ ਹੈ ਕਿ ਜਿਹੜੇ ਸੰਤ ਮਹਾਤਮਾ, ਜਿਹੜੇ ਸਿਆਸੀ ਬੰਦੇ ਜਿਨ੍ਹਾਂ ਤੋਂ ਪੁਲਿਸ ਦੀ ਸਿਕਿਉਰਿਟੀ ਕੱਢੀ ਗਈ ਹੈ, ਉਹਨਾਂ ਨੇ ਕੱਲ੍ਹ ਪਟਿਆਲੇ ਦੇ ਵਿੱਚ ਦੰਗੇ ਫਸਾਦ ਕੀਤੇ ਹੈ। ਤੁਸੀਂ ਮੈਨੂੰ ਦੱਸੋ ਕਿ ਜਿਹੜੇ ਬੰਦੇ ਪੁਲਿਸ ਦੀ ਰੱਖਿਆ ਤਹਿਤ ਰਹਿੰਦੇ ਹੈ ਉਹਨਾਂ ਦੀ ਲੋਕਾਂ ਦੇ ਵਿੱਚ ਕਿੰਨੀ ਕੁ ਗਿਣਤੀ ਹੋ ਸਕਦੀ ਹੈ? ਉਹ ਕਿਵੇਂ ਕਰਾ ਸਕਦੇ ਹੈ? ਹੁਣ ਜੇ ਸ਼ਿਵ ਸੈਨਾ ਜਿਹੜੀ ਕੱਟੜਵਾਦ ਹਿੰਦੂ ਆਰਗੇਨਾਈਜੇਸ਼ਨ ਹੈ ਉਹਦੇ ਉੱਤੇ ਐਕਸ਼ਨ ਨਹੀਂ ਲੈਣਾ ਤੇ ਟ੍ਰਿਬਿਊਨ ਤੇ ਅੰਗਰੇਜ਼ੀ ਦੇ ਪੇਪਰਾਂ ਨੇ ਗਲਤ ਪ੍ਰਚਾਰ ਕਰੀ ਜਾਣਾ। ਹੁਣ ਇੱਥੇ ਸਾਰੀ ਪ੍ਰੈਸ ਆਈ ਹੈ, ਮੇਰਾ ਬਿਆਨ ਅੰਗਰੇਜ਼ੀ ਦੇ ਪੇਪਰਾਂ 'ਚ ਨਹੀਂ ਲੱਗੂਗਾ ਕਿਉਂਕਿ ਅੰਗਰੇਜ਼ੀ ਦੀ ਪ੍ਰੈਸ ਕਹਿੰਦੀ ਹੈ ਕਿ ਜੇ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਕਿਸੇ ਅਖਬਾਰ 'ਚ ਛਪ ਗਿਆ, ਇਹ ਖਾਲਿਸਤਾਨ ਨੂੰ ਜਿਵੇਂ ਆਕਸੀਜਨ ਦਿੱਤਾ ਜਾਂਦਾ ਹੈ ਉਸ ਤਰ੍ਹਾਂ ਦਿੱਤਾ ਜਾਊਗਾ। ਕਿ ਹੁਣ ਫਰੀडम ਆਫ ਪ੍ਰੈਸ ਖਤਮ ਹੋ ਗਈ ਹੈ ਇੰਡੀਆ ਦੇ ਵਿੱਚ? ਕਿ ਜੇ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਲੱਗ ਜੂਗਾ, ਖਾਲਿਸਤਾਨ ਨੂੰ ਆਕਸੀਜਨ ਲੱਗ ਜੂਗਾ? ਅਸੀਂ ਕਦੇ 47 ਤੋਂ ਪਹਿਲਾਂ ਕਿਹਾ ਹੈ ਕਿ ਜੇ ਗਾਂਧੀ ਦਾ, ਨਹਿਰੂ ਦਾ, ਪਟੇਲ ਦਾ ਬਿਆਨ ਲੱਗ ਜੂਗਾ ਤੇ ਦੇਸ਼ ਨੂੰ ਖਤਰਾ ਹੋ ਜੂਗਾ, ਅੰਗਰੇਜ਼ਾਂ ਤੋਂ ਰਾਜ ਛੁੱਟ ਜੂਗਾ। ਅਸੀਂ ਕਦੇ ਕੁਝ ਕਿਹਾ? ਫਿਰ ਸਾਡੇ ਉੱਤੇ ਇੰਨਾ ਸੰਤਾਪ ਕਾਹਦੇ ਲਈ ਹੈ? ਸਾਡੇ ਮੁੱਦੇ ਹੈ ਬਰਗਾੜੀ ਜਿਹੜਾ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਦਲ ਨੇ, ਸੁਖਬੀਰ ਨੇ, ਸੈਣੀ ਨੇ ਤੇ ਸਰਸੇ ਸਾਧ ਰਾਮ ਰਹੀਮ ਨੇ ਕਰਾਈ ਹੈ। ਉਹਨਾਂ ਨੂੰ ਅਜੇ ਤੱਕ ਜੇਲ੍ਹ 'ਚ ਭੇਜ ਕੇ ਚਲਾਨ ਕਿਉਂ ਨਹੀਂ ਹੋਏ? ਜਿਹੜੇ SGPC ਨੇ 328 ਮਹਾਰਾਜ ਦੇ ਸਰੂਪ ਗੁੰਮ ਕਰਤੇ ਹੈ ਜਾਂ ਵੇਚਦੇ ਹੈ, ਅਜੇ ਤੱਕ ਉੱਥੇ ਪਰਚਾ ਕਿਉਂ ਨਹੀਂ ਦਰਜ ਹੋਇਆ? ਜੇ SGPC ਨੇ ਬਾਬਾ ਜਗਤਾਰ ਸਿੰਘ ਕਾਰਸੇਵਾ ਨੂੰ ਲਿਖ ਕੇ ਦੇਤਾ ਕਿ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨੌ ਨਿਹਾਲ ਸਿੰਘ ਨੇ ਤਰਨਤਾਰਨ ਸਾਹਿਬ ਦੇ ਅੱਗੇ ਡਿਊਟੀ ਬਣਾਈ ਸੀ, ਉਹਨੂੰ ਢਾਹ ਦਿਓ, ਤੇ ਅਜੇ ਤੱਕ ਨਾ ਜਗਤਾਰ ਸਿੰਘ ਦੇ ਉੱਤੇ ਐਕਸ਼ਨ ਹੋਇਆ, ਨਾ SGPC ਦੇ ਉੱਤੇ ਹੋਇਆ ਕਿ ਸਿੱਖਾਂ ਦੀ ਪੁਰਾਤਨ ਜਿੰਨੇ ਵੀ ਇਹਨਾਂ ਦੀ ਬਿਲਡਿੰਗਸ ਨੇ ਉਹਨਾਂ ਨੂੰ ਆਪ ਹੀ ਇਹ ਢਵਾਈ ਜਾਂਦੇ ਆ। ਸੋ ਇਹ ਸਾਰੇ ਮੁੱਦੇ ਹੈਗੇ ਸਿੱਖਾਂ ਦੇ
ਜਿਹੜੇ ਕਿ ਹੁਣ ਸਾਡੇ ਉੱਤੇ ਇਤਬਾਰ ਹੀ ਹੈ ਨਹੀਂ ਸਿੱਖਾਂ ਦੇ ਉੱਤੇ। 50 ਮੀਲ ਹੋਰ BSF ਦਾ ਦਾਇਰਾ ਬਾਰਡਰ ਤੋਂ ਅੱਗੇ ਕਰਤਾ ਹੈ, ਜਦ ਕਿ BSF ਸਿਰਫ ਬਾਰਡਰ ਦੇ ਉੱਤੇ ਰੱਖਿਆ ਕਰਦੀ ਹੈ। ਜੇ ਬਾਰਡਰ ਦੇ ਉੱਤੇ ਰੱਖਿਆ ਕਰਦੀ ਹੈ, ਫਿਰ ਇੰਨੀ ਮਾਤਰਾ ਦੇ ਵਿੱਚ ਹੈਰੋਇਨ, ਸਮੈਕ ਤੇ ਨਸ਼ੇ ਤੇ ਫੀਮ ਆ ਰਹੀ ਹੈ, ਅਸਲਾ ਆ ਰਿਹਾ ਹੈ, ਫਿਰ ਉਹਦਾ ਰਿਸਪੌਂਸਿਬਲ ਕੌਣ ਹੈ, ਜ਼ਿੰਮੇਵਾਰ ਕੌਣ ਹੈ? ਡਾਇਰੈਕਟਰ ਜਨਰਲ BSF, ਹੋਮ ਸੈਕਟਰੀ ਤੇ ਜਿਹੜੇ ਹੋਮ ਮਿਨਿਸਟਰ ਹੈ ਉਹ ਜ਼ਿੰਮੇਵਾਰ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ, ਕਿਉਂ ਨਹੀਂ ਪੁੱਛਦੇ? ਹੁਣ ਫੌਜ ਹੈ, ਫੌਜ ਨੇ ਕਦੇ ਵੀ ਇੰਡੀਆ ਦੀ ਹੱਦ ਨੂੰ ਕਦੇ ਬਚਾਇਆ ਤਾਂ ਹੈ ਨਹੀਂ। 2062 ਦੇ ਵਿੱਚ ਫੌਜ ਨੇ 40,000 ਸਕੁਅਰ ਕਿਲੋਮੀਟਰ ਲੱਦਾਖ ਦੀ ਟੈਰੀਟਰੀ ਚੀਨ ਨੂੰ ਦੇ ਦਿੱਤੀ। 2020 ਦੇ ਵਿੱਚ ਫੌਜ ਨੇ 900 ਸਕੁਅਰ ਕਿਲੋਮੀਟਰ ਹੋਰ ਧਰਤੀ ਲੱਦਾਖ ਦੀ ਚੀਨ ਨੂੰ ਦੇ ਦਿੱਤੀ। ਕਿਸੇ ਫੌਜੀ ਨੂੰ ਪੁੱਛਗਿੱਛ ਨਹੀਂ ਹੋਈ, ਪਰ ਫੌਜ ਤਾਂ ਅੰਦਰੂਨੀ ਮਾਮਲਿਆਂ ਦੇ ਵਿੱਚ ਕਸ਼ਮੀਰ ਦੇ ਵਿੱਚ ਰੁੱਝੀ ਹੋਈ ਹੈ, ਅਸਾਮ ਦੇ ਵਿੱਚ ਰੁੱਝੀ ਹੋਈ ਹੈ, ਨਾਗਾਲੈਂਡ 'ਚ ਰੁੱਝੀ ਹੋਈ ਹੈ, ਪੰਜਾਬ ਦੇ ਵਿੱਚ ਰੁੱਝੀ ਹੋਈ ਹੈ। ਜਿਹੜੇ ਆਪਣੇ ਆਦਿਵਾਸੀ ਹੈ ਉਹਨਾਂ ਨੂੰ ਕਹਿੰਦੇ ਆ ਇਹ ਤਾਂ ਮਾਰਕਸਿਸਟ ਹੈ, ਮਾਓਵਾਦੀ ਹੈ, ਨਕਸਲਾਈਟ ਹੈ, ਉਹਨਾਂ ਨੂੰ ਇਹ ਮਾਰ ਦਿੰਦੇ ਹੈ। ਫੌਜ ਨੇ ਕੀਤਾ ਕੀ ਹੈ? ਮੇਰੀ ਸਲਾਹ ਹੈ ਕਿ ਫੌਜ ਨੂੰ ਡਿਫੈਂਸ ਮਿਨਿਸਟਰੀ ਤੋਂ ਬਾਹਰ ਕੱਢ ਕੇ ਹੋਮ ਮਿਨਿਸਟਰੀ ਨਾਲ ਲਾ ਦੇਣਾ ਚਾਹੀਦਾ ਹੈ, ਕਿਉਂ ਕਰਕੇ ਇਹ ਤਾਂ ਅੰਦਰੂਨੀ ਇਲਾਕਿਆਂ ਦੀ ਰੱਖਿਆ ਕਰ ਰਹੀ ਹੈ, ਹੱਦ ਦੇ ਉੱਤੇ ਤਾਂ ਇਹ ਕੰਮ ਹੀ ਨਹੀਂ ਕਰ ਰਹੀ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਅਜੇ ਤੱਕ 1984 ਦਾ ਮਸਲੇ ਹੱਲ ਨਹੀਂ ਹੋਏ ਸਿੱਖਾਂ ਦੇ, ਸਾਡੀ ਨਸਲਕੁਸ਼ੀ ਦੇ ਹਿੱਸੇ ਨਹੀਂ ਹੋਏ, ਸਾਡੀ ਪਾਰਲੀਮੈਂਟ ਖਤਮ ਕਰ ਦਿੱਤੀ ਗਈ ਹੈ। ਹੁਣ 8 ਤਰੀਕ ਨੂੰ ਨਿਊਯਾਰਕ ਸਿਟੀ ਦੇ ਵਿੱਚ ਰਿਚਮੰਡ ਹਿੱਲ ਦੇ ਉੱਤੇ ਸਾਡੀ ਪਾਰਟੀ ਬਹੁਤ ਵੱਡਾ ਮੁਜ਼ਾਹਰਾ ਕਰ ਰਹੀ ਹੈ ਕਿ ਹਿੰਦੁਸਤਾਨ ਦੀ ਸਰਕਾਰ ਸਾਡੇ ਇਲੈਕਸ਼ਨ ਨਹੀਂ ਕਰਾ ਰਹੀ, SGPC ਦੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਹੋਏ ਆ, ਉਹਦਾ ਕੁਛ ਨਹੀਂ ਕੀਤਾ ਹੈਗਾ। ਸਾਡੀ ਜਿਹੜੀ ਆਜ਼ਾਦੀ ਹੈ ਸਾਡੇ ਮਜ਼ਹਬ ਦੀ, ਉਹ ਖੋ ਕੇ ਰੱਖਤੀ ਹੈ। ਤੇ ਸ਼ਿਵ ਸੈਨਿਕ ਤੇ BJP ਤੇ RSS ਜੋ ਮਰਜ਼ੀ ਹੈ ਕਰ ਲੈਣ, ਗਊ ਸੇਵਕ ਜੋ ਮਰਜ਼ੀ ਹੈ ਕਰ ਲੈਣ, ਪਰ ਜਿੰਨੇ ਵੀ ਵੱਡੇ ਹਿੰਦੂ ਹੈ ਗਊ ਦਾ ਮਾਸ ਤਾਂ ਉਹ ਬਾਹਰ ਭੇਜਦੇ ਆ। ਸਭ ਤੋਂ ਵੱਡਾ ਐਕਸਪੋਰਟਰ ਬੀਫ ਦਾ ਇੰਡੀਆ। ਫਿਰ ਆਹ ਡਰਾਮਾ ਕਰਤਾ ਕਿ ਜੀ ਇਹ ਤਾਂ ਗਾਵਾਂ ਨੂੰ ਮਾਰਦੇ ਆ। ਕਿਸੇ ਗਾਂ ਨੂੰ ਮਾਰਿਆ ਨਹੀਂ, ਤੁਸੀਂ ਕਦੇ ਸੁਣਿਆ? ਗਾਵਾਂ ਆਦਮੀਆਂ ਨੂੰ ਮਾਰਦੀ ਹੈ ਐਕਸੀਡੈਂਟਾਂ ਦੇ ਵਿੱਚ, ਆਦਮੀਆਂ ਨੇ ਤਾਂ ਗਊ ਕਿਸੇ ਨੂੰ ਨਹੀਂ ਮਾਰੀ ਹੈ। ਹੁਣ ਇਹੋ ਜਿਹੀ ਅਜੀਬ ਗੱਲਾਂ ਕਰੀ ਜਾਂਦੇ ਹੋ ਤੁਸੀਂ। ਮਾਨ ਸਾਹਿਬ ਜਿਹੜੇ ਕੱਲ ਪਟਿਆਲੇ ਹੋਇਆ ਉਹਦਾ ਤੁਸੀਂ ਕਿਸ ਚੀਜ਼ ਦਾ ਫੇਲੀਅਰ ਦੇ ਦਿਓ? ਕੀ ਉਹ ਤਾਂ ਇੰਟੈਲੀਜੈਂਸ ਦਾ ਸਰਕਾਰ ਦਾ ਫੇਲੀਅਰ ਹੈ ਕਿ ਇਹਨਾਂ ਨੇ ਹਿੰਦੂਤਵ ਜਿਹੜੀ ਵੱਧ ਗਿਣਤੀ ਹੈ ਉਹਨੂੰ ਹੱਥ ਪਾਉਣਾ ਹੀ ਨਹੀਂ। ਉਹਨਾਂ ਨੂੰ ਲਾਇਸੈਂਸ ਦੇਤਾ ਹੈ ਕਿ ਤੁਸੀਂ ਜਾ ਕੇ ਸਿੱਖਾਂ ਦੇ ਪੁਤਲੇ ਫੂਕ ਸਕਦੇ ਹੋ, ਖਾਲਿਸਤਾਨ ਦੇ ਪੁਤਲੇ ਫੂਕ ਸਕਦੇ ਹੋ, ਰੌਲਾ ਪਵਾ ਸਕਦੇ ਹੋ, ਤੇ ਫਿਰ ਸਿੱਖਾਂ ਨੂੰ ਡਾਇਰੈਕਟ ਐਕਸ਼ਨ ਤਾਂ ਲੈਣਾ ਪਊਗਾ। ਪਰ ਉਲਟਾ ਇਲਜ਼ਾਮ ਤੁਹਾਡੀ ਟ੍ਰਿਬਿਊਨ ਲਾ ਰਹੀ ਹੈ ਕਿ ਇਹ ਤਾਂ ਇਟਲੀ, ਅਮਰੀਕਾ, ਕੈਨੇਡਾ, ਪਾਕਿਸਤਾਨ ਤੋਂ ਹੋਇਆ। ਕੀ ਅਸੀਂ ਜਾ ਰਹੇ ਦੱਲੇ ਹਾਂ ਕਿਸੇ ਮੁਲਕ ਦੇ? ਜਿਹੜੀ ਗੜਬੜ ਰਾਮਨੌਮੀ ਦੇ ਉੱਤੇ ਹੋਈ ਹੈ ਉਹ ਫਿਰ ਪਾਕਿਸਤਾਨ ਨੇ ਕਰਾਈ ਹੈ, ਕੈਨੇਡਾ ਨੇ ਕਰਾਈ ਹੈ, ਅਮਰੀਕਾ ਨੇ ਕਰਾਈ ਹੈ। ਤੇ ਜਿਹੜੇ ਦੰਗੇ ਰਾਮਨੌਮੀ ਦੇ ਉੱਤੇ ਹੋਏ ਹੈ ਸਿਰਫ ਮੁਸਲਮਾਨ ਫੜੇ ਗਏ ਹੈ। ਕੋਈ ਵੀ ਹਿੰਦੂਆਂ ਨੇ ਜਿਨ੍ਹਾਂ ਨੇ ਆਹ ਭਗਵੇਂ ਰੰਗ ਦੇ ਝੰਡੇ ਮਸੀਤਾਂ ਦੇ ਉੱਤੇ ਜੱਡੇ ਹੈ, ਉਹਨਾਂ ਦੇ ਵਿੱਚੋਂ ਤਾਂ ਕੋਈ ਵੀ ਨਹੀਂ ਫੜਿਆ ਗਿਆ। ਤੇ ਇਹ ਜਿਹੜੀ ਫਿਰਕਾ ਪ੍ਰਸਤੂ ਸੋਚ ਹੈ ਇਸ BJP RSS ਸਰਕਾਰ ਦੇ, ਇਹਦੇ ਬਾਰੇ ਕੁਝ ਅਸਰ ਹੋਣਾ ਚਾਹੀਦਾ ਹੈ। ਬਾਹਰ ਦੇ ਮੁਲਕਾਂ 'ਚ
ਕਿ ਜੇ ਅੰਦਰੂਨੀ ਹਾਲਤ ਇੰਡੀਆ ਦੀ ਗੜਬੜ ਦੇ ਵਿੱਚ ਰਹੂਗੀ, ਫਿਰ ਇੰਡੀਆ ਅਮਰੀਕਾ ਦਾ, ਜਾਪਾਨ ਦਾ, ਆਸਟ੍ਰੇਲੀਆ ਦਾ ਕੁਆਡ ਦੇ ਵਿੱਚ ਮਿਲਟਰੀ ਹਿੱਸੇਦਾਰ ਨਹੀਂ ਹੋ ਸਕਦਾ। ਜਿਹੜੇ ਮੁਲਕ ਦੇ ਵਿੱਚ ਦੰਗੇ ਫਸਾਦ ਦੇ ਪੈ ਜਾਣ, ਉਹ ਰੱਖਿਆ ਆਪਣੇ ਬਾਰਡਰ ਦੀ ਨਹੀਂ ਕਰ ਸਕਿਆ, ਤੇ ਅਮਰੀਕਾ, ਆਸਟ੍ਰੇਲੀਆ ਤੇ ਜਾਪਾਨ ਦੇ ਨਾਲ ਫੌਜ ਦਾ ਸਮਝੌਤਾ ਕਰਕੇ ਉਹ ਕਿਵੇਂ ਕਰੂਗਾ? ਇਹ ਤੁਹਾਡੀ ਅੰਦਾਜ਼। ਹਿੰਦੂ ਨੇ ਕਦੇ ਰਾਜ ਨਹੀਂ ਕੀਤਾ, ਸਿਰਫ ਜ਼ਿਕਰ ਹੁੰਦਾ ਹੈ ਹਿੰਦੂ ਰਾਜ ਦਾ ਯੋਧਿਆ ਦੇ ਵਿੱਚ, ਉਸ ਤੋਂ ਬਾਅਦ ਤਾਂ ਰਾਜ ਹੀ ਨਹੀਂ ਹੈ। ਹੁਣ ਇਹਨੂੰ ਪਤਾ ਹੀ ਨਹੀਂ ਕਿਵੇਂ ਰਾਜ ਕਰਨਾ, ਕਿਹੜਾ ਦੋਸਤ ਹੈ, ਕਿਹੜਾ ਦੁਸ਼ਮਣ ਹੈ, ਕਿਹੜਾ ਇਹਨਾਂ ਦਾ ਕੋਈ ਸ਼ੁਭ ਚਿੰਤਕ ਹੈ। ਸਾਰਿਆਂ ਨੂੰ ਰਗੜੀ ਜਾਂਦੇ ਆ, ਘੱਟ ਗਿਣਤੀਆਂ ਨੂੰ। ਮਾਨ ਸਾਹਿਬ, ਕੱਲ੍ਹ ਉਹਨਾਂ ਨੇ ਉੱਥੇ ਖਾਲਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਸ਼ਿਵ ਸੈਨਾ ਵਾਲਿਆਂ ਨੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਦੀ ਸਾਡੇ 'ਚ ਬੜਾ ਜੋਸ਼ ਭਰ ਜਾਂਦਾ ਜਦੋਂ ਸਾਡੇ ਖਿਲਾਫ ਨਾਅਰੇ ਲੱਗਦੇ ਆ। ਅਸੀਂ ਤਾਂ ਫਿਰ ਬਾਗੋ ਬਾਗ ਹੋ ਜਾਂਦੇ ਹਾਂ ਕਿ ਸਾਡਾ ਖਾਲਿਸਤਾਨ ਕੰਢੇ ਦੇ ਉੱਤੇ ਲੱਗਣ ਵਾਲਾ ਹੈ। ਇਹਨਾਂ ਨੂੰ ਕਹੋ ਹੋਰ ਨਾਅਰੇ ਮਾਰਨ। ऑल वर्ल्ड ओपन चैलेंज 17-टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। भारत दे नंबर 1 तांत्रिक गुरु शांजी बंगाली, गोल्ड मेडलिस्ट, 64 शक्तियां दे माहिर, बंगाल तो सिद्धि प्राप्त, हर जगह तो निराश ते मायूस भैन भरा एक बार जरूर फोन करो। हर समस्या दा हल घर बैठे फोन ते। माई प्रॉमिस 100% रिजल्ट। लव मैरिज, सौंकन दुश्मन तो छुटकारा, पति पत्नी च कलेश, कीता कराया विदेश यात्रा, नौकरी कारोबार च परेशानी, कोर्ट केस, रुस्से नूं मनाउणा होवे तां हुणे फोन कमाओ। 101% पक्का समाधान पाओ। मां वशीकरण ते मां मुटकरण दे सुपर स्पेशलिस्ट गुरु शांजी बंगाली। 9958635478।